अस्सलाम वालेकुम चाचा। वालेकुम सलाम पुत्रा। की हाल है? अल्लाह दा शुक्र है पुत्रा। चाचा मैं महकमा रात वालों आया वां। बड़ी चंगी गल है जी। सुनाओ वाई दा की हाल है? वाई माशाल्लाह बहुत सोहनी खड़ी है। की गड्ढिया होया है? कपाह लाई है 10-12 किले। अच्छा कपाह कैसी खड़ी है? बहुत चंगी खड़ी है। ते ऐग तां कपाह दा रेट भी माशाल्लाह बड़ा चंगा है बिल्कुल चंगा है। ते कपाह भी सही उतरदी पई आ। अच्छा ऐग तां तुसी सानू ਜਿਹੜੀ ਦੱਸੀ ਸੀ ਨਾ ਤਮਾਕੂ ਤੇ ਨਿੰਮ ਦਾ ਸਪਰੇ, अच्छा ਉਹਦੇ ਨਾਲ ਸਾਨੂੰ ਬੜਾ ਫਾਇਦਾ ਹੋਇਆ। ਚਿੱਟੀ ਮੱਖੀ ਤੇ ਤੋਂ ਆਪਣੇ ਸਬਜ਼ ਤੇਲੇ ਤੋਂ ਵੀ ਬਚ ਗਏ ਆ अच्छा ਤੇ ਹੁਣ ਸਾਡੇ ਪੈਸੇ ਵੀ ਬਚੇ ਆ। ये तो बड़ा फायदा हो गया ਤੁਹਾਡਾ। ਹਾਂਜੀ ਹੁਣ ਸਾਨੂੰ ਕਾਣ ਤੋਂ ਡਰ ਲੱਗਦਾ ਹੈ। अच्छा ਜਿਹੜੀ ਮਤਲਬ ਕਾਣ ਪੈ ਜਾਂਦੀ ਨਰਮੇ ਤੋਂ ਉਸ ਤੋਂ ਡਰ ਲੱਗਦਾ ਹੈ। ਹਾਂਜੀ ਉਹ ਇਹੋ ਹੈ ਨਾ ਚਾਚਾ, ਤੁਹਾਨੂੰ ਪਤਾ ਵੀ ਉਦੋਂ ਆਪਾਂ ਨੂੰ ਲੱਗਦਾ ਜਦੋਂ ਚੋਣੀਆਂ ਵਿੱਚ ਜਾਂਦੀਆਂ ਨੇ। ਹਾਂਜੀ ਪਹਿਲੇ ਤਾਂ ਕੋਈ ਸਾਨੂੰ ਪਤਾ ਨਹੀਂ ਲੱਗਦਾ ਨਾ ਉਹ ਕੀ ਸੂਰਤ ਹਾਲ ਹੋ ਰਹੀ ਹੈ। ਤੇ ਹਾਂਜੀ ਜਦੋਂ ਚੋਣੀਆਂ ਵਿੱਚ ਜਾਂਦੀਆਂ ਨੇ ਤੇ ਫਿਰ ਹੀ ਸਾਨੂੰ ਪਤਾ ਲੱਗਦਾ ਹੈ ਵੀ ਇਹ ਕਾਣ ਪਿਆ ਹੋਇਆ ਹੈ। ਹਾਂਜੀ ਤੇ ਚਾਚਾ ਅੱਜ ਮੇਰੇ ਆਉਣ ਦਾ ਮਕਸਦ ਵੀ ਇਹ ਹੈ ਕਿ ਠੀਕ ਹੈ ਤੁਹਾਡੇ ਨਾਲ ਗੁਲਾਬੀ ਸੁੰਡੀ ਜਿਹੜੀ ਹੈ ਉਸ ਕਾਣ ਨੂੰ ਪੰਦਾ ਗੁਲਾਬੀ ਸੁੰਡੀ ਦੀ ਵਜ੍ਹਾ ਤੋਂ ਤੇ ਉਸ ਦੇ ਬਾਰੇ ਗੱਲਾਂ ਕਰਨ ਵਾਸਤੇ ਮੈਂ ਅੱਜ ਆਇਆ ਵਾਂ। ਠੀਕ ਹੈ ਤੇ ਜੀ। ਇਸੇ ਵਾਸਤੇ ਹਾਜ਼ਰ ਹੋਇਆ ਤੇ ਅੱਜ ਆਪਾਂ ਸਾਰੀ ਡਿਟੇਲ ਨਾਲ ਗੱਲ ਕਰਾਂਗੇ ਕਿ ਅੱਗੇ ਹੁਣ ਤੋਂ ਲੈ ਕੇ ਹੁਣ ਅਗਸਤ ਦੀ ਜਿਹੜੀ ਤਰੀਕ ਖਲੋਤੀ ਹੈ ਇੱਥੋਂ ਲੈ ਕੇ ਅੱਗੇ ਤੱਕ ਅਸੀਂ ਕਪਾਹ ਨੂੰ ਕਿਵੇਂ ਬਚਾਉਣਾ ਹੈ ਇਸ ਗੁਲਾਬੀ ਸੁੰਡੀ ਤੋਂ। ਠੀਕ ਹੈ ਜੀ। ਤੇ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਨਾ, ਇਹ ਜਿਹੜੇ ਅਗਸਤ ਦੇ 2-4 ਦਿਨ ਰਹਿ ਗਏ ਨੇ, ਅਗਸਤ ਦੇ ਦਿਨਾਂ ਦੇ ਵਿੱਚ ਆਪਾਂ ਗੈਮਾ ਸਾਈਲੋਥਰੀਨ ਨਾਮ ਦੀ ਦਵਾਈ ਹੈ, ਠੀਕ ਹੈ ਜੀ। ਆਮ ਮਾਰਕੀਟ ਵਿੱਚ ਮਿਲ ਜਾਏਗੀ। ਉਹ 100 ਮਿਲੀਲੀਟਰ 100 ਤੋਂ ਲੈ ਕੇ 120 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਆਪਾਂ ਸਪਰੇਅ ਕਰਾਂਗੇ ਠੀਕ ਹੈ ਤੇ ਜੀ। ਗੁਲਾਬੀ ਸੁੰਡੀ ਦਾ ਉਹਦੇ ਨਾਲ ਕੰਟਰੋਲ ਮਿਲੇਗਾ। ਠੀਕ ਹੈ ਜੀ। ਲੇਕਿਨ ਸਪਰੇਅ ਕਰਨ ਤੋਂ ਚੌਥੇ ਦਿਨ ਜਿਹੜਾ ਸਪਰੇਅ ਕਰ ਲਿਆ, ਚੌਥੇ ਦਿਨ ਆਪਾਂ ਕੀ ਕਰਾਂਗੇ 600 ਗ੍ਰਾਮ ਤਮਾਕੂ, 600 ਗ੍ਰਾਮ ਅੱਕ, 600 ਗ੍ਰਾਮ ਨਿੰਮ, 600 ਗ੍ਰਾਮ ਕੌੜ ਤੁਮੇ ਦੇ ਜਿਹੜੇ ਛੋਟੇ ਛੋਟੇ ਟੁਕੜੇ ਜਿਹੜੇ ਨੇ ਹਾਂਜੀ ਉਹ ਲੈ ਕੇ 10 ਗ੍ਰਾਮ ਹਿੰਗ ਪਾ ਕੇ 5 ਲੀਟਰ ਪਾਣੀ ਦੇ ਵਿੱਚ ਰਾਤੀ ਬੇਕ ਕੇ ਰੱਖ ਦੇਵਾਂਗੇ। ਠੀਕ ਹੈ ਜੀ। ਸਾਰੀ ਰਾਤ ਉਹ ਭਿੱਜਾ ਰਹੇਗਾ। ਸਵੇਰ ਅਸੀਂ 1 ਘੰਟਾ ਉਹਨੂੰ ਉਬਾਲਾਂਗੇ। ਠੀਕ ਹੈ ਜੀ। ਜਦੋਂ ਉਬਲ ਜਾਏਗਾ ਪਾਣੀ ਜਿਹੜਾ 5 ਲੀਟਰ ਹੈ ਉਹਦਾ ਰਹਿ ਜਾਵੇ ਤਕਰੀਬਨ, ਤੇ ਉਦੋਂ ਅਸੀਂ ਉਹਨੂੰ ਉਤਾਰ ਕੇ ਠੰਡਾ ਕਰਾਂਗੇ, ਛਾਣਾਂਗੇ। ਛਾਣ ਕੇ ਤੇ 100 ਤੋਂ 120 ਲੀਟਰ ਪਾਣੀ ਵਿੱਚ ਮਿਲਾ ਤੇ ਅਸੀਂ ਸਪਰੇਅ ਕਰ ਦੇਵਾਂਗੇ। ਠੀਕ ਹੈ ਜੀ। ਪਹਿਲਾ ਸਪਰੇਅ ਕਿਹੜਾ ਕੀਤਾ ਆਪਾਂ? ਗੈਮਾ ਸਾਈਲੋਥਰੀਨ ਦਾ। ਠੀਕ ਹੈ ਜੀ। 4 ਦਿਨ ਬਾਅਦ ਕਿਹੜਾ ਕੀਤਾ? ਇਹ ਤਮਾਕੂ ਵਾਲਾ। ਠੀਕ ਹੈ ਜੀ। ਇਹ ਜਿਹੜੇ 600 ਗ੍ਰਾਮ ਸਾਰੀ ਚੀਜ਼ਾਂ ਮਿਲਾ ਕੇ ਕਰ ਲਈ। ਇਸ ਸਪਰੇਅ ਤੋਂ ਬਾਅਦ 3 ਦਿਨ ਬਾਅਦ ਠੀਕ ਹੈ ਜੀ। ਇਹ ਸਪਰੇਅ ਕੀਤਾ, 3 ਦਿਨ ਦਾ ਵਕਫਾ ਦੇਣਾ ਹੈ। ਉਸ ਤੋਂ ਬਾਅਦ ਆਪਾਂ ਸਪਰੇਅ ਕਰਾਂਗੇ ਸਪਿੰਟੋਰਾਮ ਦੇ ਨਾਮ ਤੋਂ ਦਵਾਈ ਹੈ, ਠੀਕ ਹੈ ਜੀ। ਮਾਰਕੀਟ 'ਚ ਮਿਲਦੀ ਹੈ ਸਪਿੰਟੋਰਾਮ। ਠੀਕ ਕੀ ਹੈ ਦਵਾਈ ਦਾ ਨਾਮ ਹੈ? ਸਪਿੰਟੋਰਾਮ। ਸਪਿੰਟੋਰਾਮ। ਇਹ ਕਿੰਨੀ ਅਸੀਂ ਕਰਨੀ ਹੈ? ਇਹ 80 ml ਕਰਨੀ ਹੈ। ਠੀਕ ਹੈ ਤੇ ਜੀ। ਪਾਣੀ ਕਿੰਨਾ ਵੀ ਪਾਣਾ ਹੈ? 100 ਤੋਂ 120 ਲੀਟਰ। ਲੀਟਰ ਠੀਕ ਹੈ ਉਹਦੇ 'ਚ ਪਾ ਕੇ ਅਸੀਂ ਇੱਕ ਸੁਰਾਖ ਵਾਲੇ ਫੁਆਰੇ ਦੇ ਨਾਲ ਚੰਗੀ ਤਰ੍ਹਾਂ ਅਸੀਂ ਇਹਦਾ ਸਪਰੇਅ ਕਰ ਦੇਣਾ ਹੈ। ਠੀਕ ਹੈ। ਅੱਛਾ ਇਸ ਸਪਰੇਅ ਤੋਂ ਫਿਰ 4 ਦਿਨ ਬਾਅਦ ਕੀ ਕਰਨਾ ਹੈ? ਫਿਰ ਅਸੀਂ ਉਹੀ ਦੁਬਾਰਾ 600 ਗ੍ਰਾਮ ਤਮਾਕੂ, 600 ਗ੍ਰਾਮ ਨਿੰਮ ਦੇ ਪੱਤੇ, 600 ਗ੍ਰਾਮ ਅੱਕ, 600 ਗ੍ਰਾਮ ਕੌੜਤੁਮਾ ਠੀਕ ਹੈ ਜੀ। ਔਰ 10 ਗ੍ਰਾਮ ਹਿੰਗ, ਇਹਨੂੰ ਮਿਲਾ ਕੇ 5 ਲੀਟਰ ਪਾਣੀ 'ਚ ਬੇਕ ਰੱਖਾਂਗੇ। ਸਵੇਰ ਉਬਾਲਾਂਗੇ, ਉਬਾਲ ਕੇ ਪਾਣੀ 'ਚ ਦੁੱਧ ਰਹਿ ਜਾਏਗਾ, 1 ਘੰਟਾ ਉਬਾਲਣਾ ਹੈ। ਠੰਡਾ ਕਰਾਂਗੇ, ਨਿਤਾਰਾਂਗੇ, ਸਾਫ਼ ਕਰਾਂਗੇ, 100 ਤੋਂ 120 ਲੀਟਰ ਪਾਣੀ 'ਚ ਮਿਲਾ ਕੇ ਅਸੀਂ ਸਪਰੇਅ ਕਰ ਦੇਵਾਂਗੇ। ਠੀਕ ਹੈ ਜੀ। ਹੁਣ ਇਸ ਸਪਰੇਅ ਤੋਂ 4 ਦਿਨ ਬਾਅਦ, ਹਾਂਜੀ 3 ਤੋਂ 4 ਦਿਨ ਬਾਅਦ ਫਿਰ ਅਸੀਂ ਕੀ ਕਰਾਂਗੇ? ਫਿਰ ਅਸੀਂ ਡੈਲਟਾ ਤੇ ਟਰਾਈ ਵੱਲ ਜਾਵਾਂਗੇ, ਠੀਕ ਹੈ ਜੀ। ਕਿਉਂਕਿ ਮੌਸਮ ਉਦੋਂ ਤਰੇਲ ਪਵਣ ਲੱਗ ਜਾਏਗੀ ਵਾਵਾ ਜ਼ਿਆਦਾ, ਔਰ ਮੌਸਮ ਠੰਡਾ ਹੋ ਜਾਏਗਾ। ਉਸ ਠੰਡੇ ਮੌਸਮ ਦੇ ਵਿੱਚ ਆ ਕੇ ਅਸੀਂ ਫਿਰ ਇਹ ਥੋੜਾ ਜਿਹਾ ਸਖਤ ਸਪਰੇਅ ਕਰਾਂਗੇ। ਅੱਗੋਂ ਅਸੀਂ ਫਸਲ ਸਾਡੀ ਕਰੀਬ ਵੀ ਹੋ ਜਾਸੀ, ਪੱਕਣ ਦੇ ਨੇੜੇ ਵੀ ਹੋ ਜਾਸੀ। ਠੀਕ ਹੈ ਜੀ। ਇਸ ਵਾਸਤੇ ਥੋੜਾ ਜਿਹਾ ਸਖਤ ਸਪਰੇਅ ਕਰਾਂਗੇ ਔਰ ਗੁਲਾਬੀ ਸੁੰਡੀ ਨੂੰ ਮੈਨੇਜ ਕਰਾਂਗੇ। ਉਹਦੇ 'ਚ ਕੀ ਕਰਾਂਗੇ ਕਿ ਅਸੀਂ ਡੈਲਟਾ ਮੈਥਰੀਨ ਜਿਹੜੀ ਹੈ ਉਹ ਅਸੀਂ ਲੈਣੀ ਹੈ 250, ਠੀਕ ਹੈ ਤੇ ਜੀ। ਟਰਾਈਐਜ਼ੋਫਾਸ ਅਸੀਂ ਲੈਣੀ ਹੈ 600। ਠੀਕ ਹੈ ਇਹ ਜੀ। ਦੋਨਾਂ ਨੂੰ ਮਿਲਾਣਾ ਹੈ, ਮਿਲਾ ਕੇ ਤੇ ਇਹਦਾ ਅਸੀਂ ਸਪਰੇਅ ਕਰ ਦੇਣਾ ਹੈ 100 ਤੋਂ 120 ਲੀਟਰ ਪਾਣੀ ਦੇ ਵਿੱਚ ਮਿਲਾ ਕੇ। ਠੀਕ ਹੈ ਜੀ। ਹੁਣ ਟੋਟਲ ਸਪਰੇਅ ਕਿੰਨੇ ਹੋ ਗਏ? 5। 5। ਪਹਿਲਾ ਗੈਮਾ ਸਾਈਲੋਥਰੀਨ ਹੋ ਗਿਆ, ਹਾਂਜੀ। ਦੂਸਰਾ ਤਮਾਕੂ ਦਾ। ਤਮਾਕੂ ਤੇ ਕੌੜਤੁਮੇ ਵਾਲਾ ਹੋ ਗਿਆ, ਹਾਂਜੀ ਫਿਰ ਅਗਲਾ ਹੋ ਗਿਆ ਸਪਿੰਟੋਰਾਮ ਦਾ ਹੋ ਗਿਆ, ਹਾਂਜੀ। ਉਸ ਤੋਂ ਬਾਅਦ ਅਗਲਾ ਫਿਰ ਤਮਾਕੂ ਵਾਲਾ ਆ ਗਿਆ, ਫਿਰ ਉਸ ਤੋਂ ਬਾਅਦ ਪੰਜਵਾਂ ਜਿਹੜਾ ਸਪਰੇਅ ਹੈ ਉਹ ਸਾਡਾ ਆ ਕੇ ਕੈਮੀਕਲ ਦਾ ਹੋਏਗਾ, ਜਿਹੜਾ ਸਖਤ ਕੈਮੀਕਲ ਹੈ ਜਿਹਨੂੰ ਅਸੀਂ ਡੈਲਟਾ ਦਾ ਟਰਾਈ ਆਖਨੇ ਆ, ਹਾਂਜੀ ਉਹ ਸਪਰੇਅ ਕਰਾਂਗੇ। ਤੇ ਇਸ ਤਰੀਕੇ ਨਾਲ ਅਸੀਂ ਕਾਫੀ ਹੱਦ ਤੱਕ ਗੁਲਾਬੀ ਨੂੰ ਤੋਂ ਬਚ ਜਾਵਾਂਗੇ। ਹਾਂਜੀ। ਹਾਂ, ਅਗਰ ਤੁਹਾਡੀ ਫਸਲ ਤੇ ਟਿੰਡੇ ਮਜ਼ੀਦ ਖੜੇ ਹੋਣ ਹਾਂਜੀ
ਉਦੋਂ ਤੱਕ ਕੱਚੇ ਟਿੰਡੇ ਦੀ ਤਾਦਾਦ ਜ਼ਿਆਦਾ ਖੜੀ ਹੋਵੇ ਤੇ ਫਿਰ 1-2 ਸਪਰੇ ਅੱਗੇ ਅਸੀਂ ਫਿਰ ਕਰਾਂਗੇ ਤਾਂ ਕਿ ਬਾਕੀ ਜਿਹੜੇ ਟਿੰਡੇ ਨੇ ਇਸ ਦਫਾ ਚਾਚਾ ਕਰਨਾ ਕੀ ਅਸੀਂ ਹਾਂਜੀ ਆਖਰੀ ਫੁੱਲ ਤੱਕ ਅਸੀਂ ਬਚਾਣਾ ਹੈ ਠੀਕ ਤੇ ਹੈ ਜੀ ਕਣਕ ਵੀ ਟਾਈਮ ਨਾਲ ਲਾਣੀ ਹੈ। ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਨੂੰ ਜ਼ਿਹਨ 'ਚ ਰੱਖ ਕੇ ਅਸੀਂ ਲੈ ਕੇ ਚੱਲਾਂਗੇ ਠੀਕ ਹੈ ਤੇ ਜੀ ਅਸੀਂ ਗੁਲਾਬੀ ਸੁੰਡੀ ਤੋਂ ਵੀ ਬਚ ਜਾਵਾਂਗੇ ਔਰ ਸਾਡੀ ਫਸਲ ਵੀ ਚੰਗੀ ਹੋਏਗੀ। ਠੀਕ ਹੈ ਤੇ ਜੀ ਇਸ ਤੋਂ ਇਲਾਵਾ ਕੋਈ ਗੱਲ ਹੈ ਤਾਂ ਦੱਸ ਇਸ ਤੋਂ ਚਾਚਾ। ਇਲਾਵਾ ਪੁੱਤਰਾ ਇਹ ਆ ਕਿ ਵੀ ਚਿੱਚੜ ਜਿਹੜੇ ਆ ਨਾ ਚਿੱਟੇ ਰੰਗ ਦੇ ਅੱਛਾ ਉਹ ਕਿਤੇ ਕਿਤੇ ਵਿੱਚ ਬੂਟਿਆਂ ਦੇ ਨਾਲ ਨਜ਼ਰ ਆਉਂਦੇ ਪਏ ਆ। ਬਿਲਕੁਲ ਠੀਕ ਹੈ। ਉਹਦਾ ਕੋਈ ਹੱਲ ਉਹ ਹੈ ਮਿਲੀਬਗ ਤੇ ਮਿਲੀਬਗ ਵਾਸਤੇ ਚਿਚੜੀ ਜਿਹਨੂੰ ਤੁਸੀਂ ਬੋਲਦੇ ਹੋ ਉਹ ਹਾਂਜੀ। ਪੌਦੇ ਨੂੰ ਲੱਗਦੀ ਪੌਦਾ ਪੂਰਾ ਕਾਲਾ ਕਰ ਦਿੰਦੀ ਹੈ ਹਾਂਜੀ ਔਰ ਪੌਦਾ ਖੁਸ਼ਕ ਹੋ ਜਾਂਦਾ ਹੈ। ਹਾਂਜੀ ਅਗਰ ਥੋੜੇ ਪੌਦੇ ਹੋਣ ਤੇ ਹਾਂਜੀ ਫਿਰ ਅਸੀਂ ਉਹਦੇ ਤੇ ਛਾਪਰ ਪਾ ਕੇ ਉਹਨਾਂ ਪੌਦਿਆਂ ਨੂੰ ਕੱਢ ਦੇਵਾਂਗੇ ਹਾਂਜੀ ਤੇ ਕਿਸੇ ਟੋਇਆ ਖੱਟ ਕੇ ਅਸੀਂ ਉੱਥੇ ਪੂਰ ਦੇਵਾਂਗੇ। ਠੀਕ ਹੈ ਜੀ ਅਗਰ ਪੌਦੇ ਥੋੜੇ ਜ਼ਿਆਦਾ ਨੇ ਤੇ ਫਿਰ ਪੂਰੇ ਖੇਤ ਵਿੱਚ ਅਸੀਂ ਉਹਨਾਂ ਦੀ ਨਿਸ਼ਾਨਦੇਹੀ ਕਰਾਂਗੇ। ਠੀਕ ਕੋਈ ਹੈ ਕਾਨਾ ਲਾ ਦੇਵਾਂਗੇ, ਕੋਈ ਲੱਕੜੀ ਲਾ ਦੇਵਾਂਗੇ, ਜਿਸ ਸੁੰਗੜ ਜਿਹੜੀ ਹੁੰਦੀ ਏ ਠੀਕ ਹੈ ਛੜੀ ਜੀ ਲਾ ਦੇਵਾਂਗੇ, ਕੋਈ ਹਾਂਜੀ। ਛਾਪਰ ਲਾ ਕੇ ਨਿਸ਼ਾਨਦੇਹੀ ਕਰ ਲਵਾਂਗੇ। ਉੱਥੇ ਜਾ ਕੇ ਫਿਰ ਅਸੀਂ ਸਪਰੇਅ ਕਰਦੇ ਰਵਾਂਗੇ। ਠੀਕ ਹੈ ਜੀ ਇਹਦੇ ਵਾਸਤੇ ਜਿਹੜਾ ਸਪਰੇਅ ਕਰਨਾ ਹੈ, ਜਦੋਂ ਵੀ ਸਪਰੇਅ ਕਰਨਾ ਹੈ ਅਸੀਂ ਪਾਵਰ ਮਸ਼ੀਨ ਨਹੀਂ ਇਸਤੇਮਾਲ ਕਰਨੀ, ਹੈ ਇੰਜਨ ਵਾਲੀ ਜੀ। ਮਸ਼ੀਨ ਇਸਤੇਮਾਲ ਅਸੀਂ ਨਹੀਂ ਨਹੀਂ ਕਰਨੀ। ਕਰਨੀ। ਇਹਦੇ ਨਾਲ ਅਸੀਂ ਹੱਥ ਵਾਲੀ ਮਸ਼ੀਨ ਲਾਣੀ ਹੈ ਠੀਕ ਹੈ ਤਾਂ ਜੀ ਕਿ ਉਹ ਸਪਰੇਅ ਦੇ ਨਾਲ ਉੱਡ ਕੇ ਉਸ ਸਪਰੇਅ ਦੀ ਦੜ ਨਾਲ ਅੱਗੇ ਨਾ ਚਲੀ ਜਾਵੇ, ਠੀਕ ਹੈ ਪੂਰੇ ਜੀ। ਖੇਤ 'ਚ ਨਾ ਫੈਲ ਜਾਵੇ। ਕਿਉਂਕਿ ਜਿੱਥੇ ਮਿਲੀਬਗ ਹੋਵੇ ਨਾ ਚਾਚਾ ਹਾਂਜੀ ਉੱਥੇ ਤੁਸੀਂ ਵੀ ਬਾਰ-ਬਾਰ ਨਹੀਂ ਜਾਣਾ, ਠੀਕ ਹੈ ਸਿਰਫ ਸਪਰੇਅ ਵਾਸਤੇ ਜਾਣਾ ਕਿਉਂਕਿ ਤੁਹਾਡੇ ਕੱਪੜਾਂ ਨਾਲ ਲੱਗ ਕੇ ਉਹ ਬਾਕੀ ਪੂਰੇ ਖੇਤ 'ਚ ਫੈਲ ਜਾਂਦੀ। ਠੀਕ ਹੈ ਜੀ ਜਾਨਵਰ ਕੋਈ ਚਲਾ ਜਾਏ ਉਹਦੇ ਨਾਲ ਲੱਗ ਕੇ ਅੱਗੇ ਚਲੀ ਜਾਏਗੀ, ਸਪਰੇਅ ਵਾਲੇ ਦੇ ਨਾਲ ਲੱਗ ਕੇ ਅੱਗੇ ਚਲੀ ਜਾਂਦੀ। ਜਦੋਂ ਠੀਕ ਹੈ ਤੁਸੀਂ ਜੀ। ਮਿਲੀਬਗ ਦਾ ਸਪਰੇਅ ਕਰਨਾ ਉਦੋਂ ਤੁਸੀਂ ਖੇਤ 'ਚ ਦੁਬਾਰਾ ਸਪਰੇਅ ਕੋਈ ਹੋਰ ਉਹਨਾਂ ਕੱਪੜਿਆਂ ਨਾਲ ਉਸ ਤਰ੍ਹਾਂ ਨਹੀਂ ਕਰਨਾ, ਠੀਕ ਹੈ ਉਹ ਜੀ ਬਦਲ ਕੇ ਕਰਨਾ। ਤੇ ਠੀਕ ਹੈ। ਦਵਾਈਆਂ ਮੈਂ ਤੁਹਾਨੂੰ ਦੱਸ ਦੇਣਾ, ਦਵਾਈਆਂ ਦੇ ਵਿੱਚ ਇਸੇ ਪਰਫੀਨੋਫਾਸ ਜਿਹੜੀ ਹੈ ਉਹ 70 ml ਪਾਵਾਂਗੇ ਠੀਕ ਹੈ ਜੀ ਤੇ ਨਾਲ ਅਮੀਡਾ 40 ਗ੍ਰਾਮ ਪਾਵਾਂਗੇ। ਠੀਕ ਹੈ ਇਹ ਜੀ ਮਿਲਾ ਕੇ ਸਪਰੇਅ ਕਰ ਦੇਵਾਂਗੇ 20 ਲੀਟਰ ਵਿੱਚ। ਜਾਂ ਅਗਰ ਇਹ ਨਹੀਂ ਮਿਲਦਾ ਤੇ ਫਿਰ ਅਸੀਂ ਦੂਸਰਾ ਸਪਰੇਅ ਕਲੋਥ ਜਾਂ ਨੀਡਨ ਹੈ ਠੀਕ ਉਹ ਹੈ ਜੀ 30 ml ਲਵਾਂਗੇ ਔਰ ਹਾਂਜੀ। ਦੂਸਰਾ ਜਿਹੜਾ ਨਾਲ ਹੈ ਅਸੀਂ ਬਾਈਫੈਂਥਰੀਨ ਪਾਵਾਂਗੇ 50 ਮਿਲੀਲੀਟਰ ਪਾ ਕੇ ਉਹਦਾ ਸਪਰੇਅ ਕਰ ਦੇਵਾਂਗੇ। ਜਾਂ ਮੈਲਾਥਿਆਨ ਲਵਾਂਗੇ ਤੇ 80 ml ਦਾ ਸਪਰੇਅ ਅਸੀਂ ਉਹ ਕਰ ਦੇਵਾਂਗੇ। ਇਹਦੇ ਨਾਲ ਇਹ ਮਿਲੀਬਗ ਵਾਲਾ ਮਸਲਾ ਵੀ ਸਾਡਾ ਹੱਲ ਹੋ ਜਾਏਗਾ, ਗੁਲਾਬੀ ਸੁੰਡੀ ਦਾ ਵੀ ਮਸਲਾ ਹੱਲ ਹੋ ਗਿਆ, ਮਿਲੀਬਗ ਦਾ ਵੀ ਹੱਲ ਹੋ ਗਿਆ। ਤੇ ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ? ਹੁਣ ਪੁੱਤਰਾ ਫਸਲ ਕੇਰਾ ਬੜਿਆ ਕਰਦੀ ਪਈ ਆ, ਕੇਰੇ ਦਾ ਕੋਈ ਹੱਲ ਦੱਸੋ। ਹਾਂ, ਕੇਰੇ ਵਾਸਤੇ ਨਾ ਚਾਚਾ ਮੁਖਤਲਿਫ ਚੀਜ਼ਾਂ ਮਿਲਦੀਆਂ ਨੇ। NPK ਬਾਜ਼ਾਰ 'ਚ ਮਿਲਦਾ 20-20 ਹਾਂਜੀ ਜਿਹਨੂੰ 20-20 ਆਖਦੇ ਨੇ। ਹਾਂਜੀ ਹਾਂਜੀ ਉਹ ਤੁਸੀਂ ਲੈ ਲਓ 1 ਕਿਲੋ ਤੇ ਨਾਲ ਉਹਦੇ ਵਿੱਚ ਨਾ 2-3 ਚੀਜ਼ਾਂ ਮੈਂ ਤੁਹਾਨੂੰ ਹੋਰ ਦੱਸ ਦਿੰਨਾ, ਉਹ ਰਲਾਵਾਂਗੇ। ਰਲਾ ਠੀਕ ਹੈ ਕੇ ਜੀ। ਅਸੀਂ ਸਪਰੇਅ ਕਰਾਂਗੇ ਤੇ ਅਲਹਮਦੁਲਿਲਾ ਕੇਰੇ ਦਾ ਵੀ ਮਸਲਾ ਕਾਫੀ ਹੱਦ ਤੱਕ ਕਮ ਹੋ ਜਾਏਗਾ। ਠੀਕ ਉਹ ਹੈ ਕੀ ਨੇ, ਜਿਬਰੈਕਸ ਨਾਮ ਤੋਂ ਇੱਕ ਉਹ ਮਿਲੇਗੀ, ਉਹ 10 ਗ੍ਰਾਮ ਦੀ ਤੁਸੀਂ ਉਹ ਲੈ ਲੈਣੀ ਟਿੱਕੀ, ਠੀਕ ਹੈ ਜੀ ਉਹ ਇਸਤੇਮਾਲ ਕਰਨੀ ਹੈ। ਨਾਲ ਪੋਟਾਸ਼ੀਅਮ ਨਾਈਟ੍ਰੇਟ ਜਿਹਨੂੰ ਕਲਮੀ ਸ਼ੋਰ ਆਖਦੇ ਹਾਂਜੀ ਨੇ, ਹਾਂਜੀ ਉਹ ਅਸੀਂ 200 ਗ੍ਰਾਮ ਲੈ ਲੈਣਾ ਹੈ। ਠੀਕ ਹੈ ਜੀ। ਬੋਰਾਨ ਬੋਰਿਕ ਐਸਿਡ ਦੇ ਨਾਮ ਤੋਂ ਹੈ, ਹਾਂਜੀ। ਉਹ ਅਸੀਂ 300 ਗ੍ਰਾਮ ਲੈ ਲੈਣਾ ਹੈ। ਹਾਂਜੀ ਮੈਗਨੀਸ਼ੀਅਮ ਸਲਫੇਟ ਜਿਹੜਾ ਹੈ ਉਹ 250 ਲੈ ਲੈਣਾ ਹੈ ਹਾਂਜੀ ਔਰ ਜ਼ਿੰਕ ਵੀ 250 ਲੈ ਲੈਣੀ। ਠੀਕ ਹੈ ਜੀ ਇਹਨਾਂ ਨੂੰ ਮਿਲਾ ਕੇ ਪੋਟੜੀਆਂ ਬੰਨ ਲੈਣੀਆਂ। ਠੀਕ ਹੈ ਥੋੜਾ ਜੀ। ਜਿਹਾ ਨੀਮ ਗਰਮ ਪਾਣੀ ਦੇ ਵਿੱਚ ਇਹਨਾਂ ਸਾਰਿਆਂ ਨੂੰ ਮਿਕਸ ਕਰਨਾ ਹੈ। ਮਿਕਸ ਕਰਕੇ ਉਸ ਦੇ ਵਿੱਚ ਮਿਲਾ ਕੇ 100 ਤੋਂ 120 ਲੀਟਰ 130 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਅਸੀਂ ਸਪਰੇਅ ਕਰ ਦਿਆਂਗੇ। ਠੀਕ ਹੈ ਜੀ। ਸਪਰੇਅ ਇਹ ਜਿਹੜਾ ਕਰਨਾ ਹੈ ਨਾ, ਇਹ ਆਪਾਂ ਵੱਡੇ ਫੁਆਰੇ ਨਾਲ ਕਰਨਾ ਜਿਹਦੇ ਵਿੱਚ 5-7 ਸੁਰਾਗ ਹੁੰਦੇ ਨੇ ਠੀਕ ਹੈ ਔਰ ਜੀ। ਚੰਗੀ ਤਰ੍ਹਾਂ ਪੌਦਾ ਨੂੰ ਨਵਾ ਦੇਣਾ ਹੈ। ਉਹਦੇ ਨਾਲ ਕੀ ਹੋਏਗਾ ਕਿ ਆਪਣੇ ਕੇਰੇ ਵਾਲਾ ਮਸਲਾ ਵੀ ਕਾਫੀ ਹੱਦ ਤੱਕ ਹੱਲ ਹੋ ਜਾਏਗਾ। ਠੀਕ ਹੈ ਜੀ। ਅਗਲੀ ਤੇ ਅਹਿਮ ਗੱਲ ਇਹ ਹੈ ਕਿ ਜਿਹੜੀ ਆਖਰੀ ਯੂਰੀਆ ਦੀ ਕਿਸ਼ਤ ਅਸੀਂ ਦੇਣੀ ਹੈ ਨਾ, ਨਾਈਟ੍ਰੋਜਨ ਖਾਦ ਦੀ, ਹਾਂਜੀ ਹਾਂਜੀ ਉਹ ਅਸੀਂ 31 ਅਗਸਤ ਤੱਕ ਠੀਕ ਹੈ ਪੂਰੀ ਕਰ ਲੈਣੀ ਹੈ। ਹਾਂਜੀ ਇਸ ਤੋਂ ਬਾਅਦ ਆਪਾਂ ਖਾਦ ਨਹੀਂ ਦੇਣੀ, ਉਤੋਂ ਕੋਈ ਸਪਰੇਅ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹਾਂਜੀ ਹਾਂਜੀ ਇਹ ਸਪਰੇਅ ਆਪਾਂ 1-2 ਕਰ ਲਵਾਂਗੇ। ਇਹਦੇ ਨਾਲ ਕੀ ਹੋਏਗਾ, ਖੁਰਾਕ ਬਾਕੀ ਟਿੰਡਿਆਂ ਨੂੰ ਮਿਲਦੀ ਰਹੇਗੀ, ਟਿੰਡੇ ਥੋੜੇ ਜਿਹੇ ਮੋਟੇ ਹੋਣਗੇ। ਠੀਕ ਹੈ ਜੀ। ਆਖਰ ਦੇ ਐਂਡ ਆਖਰੀ ਜਿਹੜੀ ਗੱਲ ਹੈ ਨਾ, ਅਸੀਂ ਸਾਰੀ ਮਿਹਨਤ ਕੀਤੀ ਚਾਚਾ, ਹਾਂਜੀ ਬੀ ਲਿਆ, ਖਾਦ ਲਈ, ਸਾਰਾ ਕੁਝ ਬੀਜਿਆ, ਸਪਰੇਅ ਕੀਤੇ, ਇਸ ਲੈਵਲ ਤੱਕ ਪਹੁੰਚੇ। ਹੁਣ ਆ ਗਈ ਗੱਲ ਚੁਣਾਈ ਤੇ। ਹਾਂਜੀ ਤੇ ਚੁਣਾਈ ਕਰਨ ਲੱਗਾ ਅਸੀਂ ਅਗਰ ਆਦੀ ਫਸਲ ਗਾਲ ਲਈਏ ਤੇ ਇਹ ਕੋਈ ਸਿਆਣਾ ਕੰਮ ਨਹੀਂ ਕੋਈ ਨਹੀਂ ਹੈ। ਇਸ ਵਾਸਤੇ ਚੁਣਾਈ ਦਾ ਜਿਹੜਾ ਟਾਈਮ ਹੈ ਨਾ, ਸਵੇਰ 9-10 ਵਜੇ ਤੋਂ ਬਾਅਦ ਕਰੋ ਤਾਂ ਕਿ ਜਿਹੜੀ ਤਰੇਲ ਪਈ ਹੋਈ ਹੈ ਨਾ ਰੂਹ ਤੇ, ਉਹ ਖਤਮ ਹੋ ਜਾਵੇ, ਸੁੱਕੀ ਰੂਹ ਹੋਵੇ। ਚੁਣਾਈ ਕਰਤੇ ਫਿਰ ਉਹਨੂੰ ਗਿੱਲੀ ਜਗ੍ਹਾ ਤੇ ਵੀ ਨਹੀਂ ਰੱਖਣਾ, ਖੁਸ਼ਕ ਜਗ੍ਹਾ ਤੇ ਰੱਖਣਾ ਹੈ ਠੀਕ ਹੈ ਤਾਂ ਜੀ। ਕਿ ਉਹਦੇ ਵਿੱਚ ਨਮੀ ਨਾ ਆਵੇ ਔਰ ਉਹਦਾ ਕਲਰ ਖਰਾਬ ਨਾ ਹੋਵੇ, ਰੰਗ ਖਰਾਬ ਨਾ ਹੋਵੇ। ਠੀਕ ਹੈ ਫਿਰ ਜੀ। ਜਿਹੜੇ ਚੋਣੀਆਂ ਚੁਣਾਈ ਕਰਦੀਆਂ ਪਏ ਨੇ ਉਹ ਸੂਤੀ ਕੱਪੜੇ ਪਾਵਣ ਵੀ, ਤੇ ਜਿਹੜੀ ਝੋਲੀ ਬਣਾਉਂਦੀਆਂ ਪਈਆਂ ਨਾ ਖਾਸ ਕਰਕੇ ਉਹ ਵੀ ਸੂਤੀ ਕੱਪੜੇ ਦੀ ਹੋਵੇ। ਠੀਕ ਹੈ ਜੀ। ਉਹਨਾਂ ਦਾ ਸਿਰ ਵੀ ਇੱਥੋਂ ਢੱਕਿਆ ਹੋਵੇ ਤਾਂ ਕਿ ਨਾ ਕਿ ਇਨਸਾਨੀ ਬਾਲ ਜਿਹੜੇ ਨੇ ਉਹ ਟੁੱਟ ਕੇ ਵਿੱਚ ਵੀ ਨਾ ਪਵਣ। ਠੀਕ ਹੈ ਜੀ। ਟਾਫੀਆਂ ਦੇ ਰੈਪਰ ਜਿਹੜੇ ਹੁੰਦੇ ਨੇ ਉਹ ਵੀ ਸ਼ਾਮਿਲ ਨਾ ਹੋਵਣ। ਉਸ ਤੋਂ ਬਾਅਦ ਇਹ ਇਨਸਾਨੀ ਬਾਲ ਦੀ ਮੈਂ ਤੁਹਾਨੂੰ ਗੱਲ ਕੀਤੀ, ਸਾਂਗਲੀ ਜ਼ਿਆਦਾ ਨਾ ਹੋਵੇ, ਠੀਕ ਹੈ ਜੀ। ਸਾਫ ਸੁਥਰੀ ਕਪਾਹ ਹੋਵੇ। ਫਿਰ ਠੀਕ ਹੈ। ਜਿਹੜੇ ਅਸੀਂ ਟਾਟ ਯੂਜ਼ ਕਰਨੇ ਇਹ ਇਸਤੇਮਾਲ ਨਾ ਕਰੋ। ਇਹਦੀ ਜਗ੍ਹਾ ਤੇ ਸੂਤੀ ਕੱਪੜੇ ਦੀਆਂ ਜਿਹੜੀਆਂ ਨੇ ਸ਼ੀਟਾਂ ਬਣਾ ਕੇ
ਠੀਕ ਹੈ ਜੀ। ਤਰਪਾਲਾਂ ਛੋਟੀਆਂ ਲੈ ਲਓ, ਜੋ ਛੋਟੇ ਛੋਟੇ ਉਹ ਪੀਸ ਬਣਦੇ ਨੇ, ਹਾਂਜੀ ਉਹਦੇ ਵਿੱਚ ਬੰਨ ਕੇ ਲੈ ਕੇ ਆ ਕੇ ਡੇਰੇ ਦੇ ਵਿੱਚ ਪੱਕੇ ਫਰਸ਼ ਤੇ ਵੀ ਨਹੀਂ ਲੱਗਣਾ ਰੱਖਣਾ, ਠੀਕ ਹੈ ਜੀ। ਬਿਲਕੁਲ ਕੱਚਾ ਮਿੱਟੀ ਤੇ ਵੀ ਨਹੀਂ ਰੱਖ ਦੇਣਾ। ਠੀਕ ਹੈ ਜੀ। ਤਰਪਾਲ ਜਿਸ ਤੇ ਰੱਖਣਾ ਹੈ ਲੇਕਿਨ ਉਹ ਵੀ ਸੂਤੀ ਕੱਪੜੇ ਦੀ ਹੋਵੇ ਠੀਕ ਔਰ ਹੈ ਜੀ। ਕੱਚਾ ਫਰਸ਼ ਉਹ ਤੇ ਰੱਖਣੀ ਹੈ। ਉਸ ਤੋਂ ਬਾਅਦ ਜਦੋਂ ਅਸੀਂ ਇਹਨੂੰ ਮੰਡੀ 'ਚ ਲੈ ਕੇ ਜਾਣਾ ਨਾ, ਹਾਂਜੀ ਉਸ ਟਾਈਮ ਵੀ ਇਹ ਖਾਸ ਖਿਆਲ ਰੱਖਣਾ ਹੈ ਕਿ ਜਿੰਨੀ ਵੀ ਸਾਡੀ ਹੈ ਨਾ ਰੇਹੜੀ ਹੈ, ਰਕਸ਼ਾ ਹੈ, ਟਰਾਲੀ ਹੈ, ਉਹ ਜ਼ੰਗ ਨਾ ਲੱਗਿਆ ਹੋਵੇ ਉਹਨੂੰ, ਠੀਕ ਹੈ ਜੀ। ਉਹਦੇ ਥੱਲੇ ਵੀ ਤਰਪਾਲ ਸੂਤੀ ਕੱਪੜੇ ਦੀ ਪਾਈ ਹੋਵੇ ਠੀਕ ਤੇ ਹੈ ਜੀ। ਉੱਤੋਂ ਢੱਕਿਆ ਵੀ ਸੂਤੀ ਕੱਪੜੇ ਨਾਲ ਹੋਵੇ। ਠੀਕ ਹੈ ਇਸ ਵਾਸਤੇ ਜੇ ਜਦੋਂ ਧਾਗਾ ਬਣ ਰਿਹਾ ਹੁੰਦਾ ਹੈ ਨਾ, ਉਹ ਇਨਸਾਨੀ ਬਾਲ ਚਲਾ ਜਾਵੇ, ਉਹ ਟਾਫੀ ਦਾ ਕੋਈ ਰੈਪਰ ਚਲਾ ਜਾਵੇ, ਠੀਕ ਕੋਈ ਹੈ। ਟਾਰ ਦਾ ਟੁਕੜਾ ਚਲਾ ਜਾਵੇ, ਉਹ ਛੋਟੇ ਛੋਟੇ ਟੁਕੜਿਆਂ 'ਚ ਤਕਸੀਮ ਹੋ ਜਾਂਦਾ ਹੈ ਹਾਂਜੀ ਔਰ ਬਾਰ-ਬਾਰ ਧਾਗਾ ਟੁੱਟਦਾ ਹੈ। ਠੀਕ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਕੁਆਲਿਟੀ ਖਰਾਬ ਹੋ ਜਾਂਦੀ ਹੈ, ਹਾਂਜੀ ਰੇਸ਼ਾ ਪੂਰਾ ਸਹੀ ਨਹੀਂ ਹੁੰਦਾ ਠੀਕ ਔਰ ਉੱਥੇ ਜਾ ਕੇ ਫਿਰ ਸਾਡਾ ਅਰਬਾਂ ਰੁਪਏ ਦਾ ਇੱਕ ਨੁਕਸਾਨ ਹੁੰਦਾ ਹੈ। ਠੀਕ। ਔਰ ਅਗਰ ਥੋੜੀ ਜਿਹੀ ਅਸੀਂ ਤਵੱਜੋ ਦੇਵਾਂਗੇ, ਸਾਫ਼ ਚੁਣਾਈ ਕਰਾਂਗੇ ਤੇ ਇਹਦੇ ਨਾਲ ਸਾਡੀ ਜਿਹੜੀ ਫਸਲ ਹੈ ਉਹ ਹਰੀ ਭਰੀ ਵੀ ਹੋਏਗੀ, ਚੰਗੀ ਵੀ ਹੋਏਗੀ ਔਰ ਸਾਡੀ ਜੇਬ ਵਿੱਚ ਵੀ ਪੈਸੇ ਵੀ ਜ਼ਿਆਦਾ ਆਣਗੇ। ਠੀਕ ਹੈ ਜੀ। ਕਿਉਂਕਿ ਮੰਡੀ ਤੁਸੀਂ ਵੇਖਿਆ ਨਾ, ਜਦੋਂ ਰੇਟ ਲੱਗਦਾ ਹੈ ਆ ਜੀ 4500 ਦੀ ਹੈ, ਇਹ 6000 ਦੀ ਹੈ, ਉਹ ਹਾਂਜੀ 45 ਤੇ 6000 ਦਾ ਫਰਕ ਕਿਉਂ ਪਾਉਂਦਾ ਹੈ? ਉਹ ਇਹਨਾਂ ਸਾਰੀਆਂ ਗੱਲਾਂ ਦੀ ਵਜ੍ਹਾ ਤੋਂ ਪਾਉਂਦਾ ਹੈ। ਠੀਕ ਹੈ ਜੀ। ਜਿੰਦੇ ਸਾਂਗਲੀ ਗਣੀ ਹੋਏਗੀ, ਖੋਖੜੀ ਜ਼ਿਆਦਾ ਹੋਏਗੀ, ਉਹਦਾ ਰੇਟ ਕਮ ਲੱਗੇਗਾ। ਠੀਕ ਹੈ ਜੀ। ਤੇ ਹੁਣ ਚਾਚਾ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਇਹਦੇ ਤੇ ਅਮਲ ਕਰੇਗਾ? ਹਾਂਜੀ ਬਿਲਕੁਲ ਕਰਾਂਗੇ ਜੀ। ਚਾਚਾ ਇਹਨਾਂ ਤੇ ਅਮਲ ਕਰੇਗਾ, ਤੈਨੂੰ ਵੀ ਫਾਇਦਾ ਹੋਏਗਾ, ਮੁਲਕ ਵਾਸਤੇ ਵੀ ਫਾਇਦਾ ਹੋਏਗਾ ਔਰ ਕਪਾਹ ਵੀ ਚੰਗੀ ਹੋਏਗੀ। ਆਖਰ ਤੇ ਆਪਾਂ ਇੱਕ ਨਾਰਾ ਲਾਵਾਂਗੇ, ਹਾਂਜੀ ਪਾਕਿਸਤਾਨ ਜ਼ਿੰਦਾਬਾਦ, ਤੇ ਤੁਸੀਂ ਕਹਿਣਾ ਹੈ, ਮੈਂ ਕਹਿਣਾ ਪਾਕਿਸਤਾਨ, ਤੇ ਤੁਸੀਂ ਕਹਿਣਾ ਹੈ ਜ਼ਿੰਦਾਬਾਦ। ਠੀਕ ਹੈ ਜੀ। ਪਾਕਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਚਾਚਾ।